ਕਿ ਜਿਹੜੀ ਕਰੰਸੀ ਦੇ ਨੋਟ ਅਸੀਂ ਜੇਬ 'ਚ ਰੱਖਦੇ ਹਾਂ, ਖਰਚਦੇ ਹਾਂ, ਜਿਹਦੇ 'ਤੇ ਸਾਰਾ ਆਰਥਿਕ ਦਾਰੋ-ਮਦਾਰ ਹੈ, ਉਹ ਕਿਵੇਂ ਛਾਪੇ ਜਾਂਦੇ ਨੇ। ਕਹਿੰਦੇ ਆ ਕਿ ਜਦੋਂ ਕੋਵਿਡ-19 ਦੇ ਇਹ ਸੰਕਟ ਆਇਆ ਸਾਡੇ 'ਤੇ, ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਹਿੰਦੇ ਵੀ ਫੋਨ ਕਰ ਦਿੱਤਾ ਛਾਪੇਖਾਨੇ ਨੂੰ, ਮਿੰਟ ਵਾਲਿਆਂ ਨੂੰ, ਵੀ ਇੰਨੇ ਬਿਲੀਅਨ ਛਾਪ ਦਿਓ, ਅਤੇ ਉਹਨਾਂ ਨੇ ਸਰਬ ਇਹ ਉਹ ਵੰਡ ਦਿੱਤੇ ਪੈਸੇ। ਜੇ ਪ੍ਰਧਾਨ ਮੰਤਰੀ ਦੇ ਬਸ ਦੀ ਗੱਲ ਹੋਵੇ, ਟਰੂਡੋ ਵਰਗਾ ਜਿਹੜਾ ਦਿਆਲੂ ਮੁੰਡਾ ਇਹ ਤੇ ਆਰਡਰ ਕਰੇ ਤੇ ਸਾਰਿਆਂ ਨੂੰ 10-10 ਮਿਲੀਅਨ ਡਾਲਰ ਛਾਪ ਦੇਵੇ। ਹੁਣ ਇਸ ਟਾਈਮ ਅਮਰੀਕਨ ਡਾਲਰ ਜਿਹੜਾ ਹੈ ਇਹ ਸਟਰੋਂਗਰ ਕਰੰਸੀ ਹੈ ਔਰ ਅਮਰੀਕਨ ਡਾਲਰ ਨੂੰ ਟ੍ਰੇਡ ਕਰਨਾ ਵੀ ਸੌਖਾ ਆ ਔਰ ਲੋਕ ਅਮਰੀਕਨ ਡਾਲਰ ਹੀ ਰੱਖ ਰਹੇ ਆ ਬਜਾਏ ਕਿ ਗੋਲਡ ਦੇ। ਅੱਜ ਜਿਹੜੀ ਗੱਲਬਾਤ ਚੱਲਣੀ ਹੈ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਰਿਹਾ ਸਾਂ ਕਿ ਜਿਹੜੀ ਕਰੰਸੀ ਦੇ ਨੋਟ ਅਸੀਂ ਜੇਬ 'ਚ ਰੱਖਦੇ ਹਾਂ, ਖਰਚਦੇ ਹਾਂ, ਜਿਹਦੇ 'ਤੇ ਸਾਰਾ ਆਰਥਿਕ ਦਾਰੋ-ਮਦਾਰ ਹੈ, ਉਹ ਕਿਵੇਂ ਛਾਪੇ ਜਾਂਦੇ ਨੇ। ਸਰਕਾਰਾਂ ਇਹ ਕਿਵੇਂ ਫੈਸਲਾ ਕਰਦੀਆਂ ਨੇ ਕਿ ਕਿੰਨੇ ਨੋਟ ਛਾਪੇ ਜਾਣ। ਤੁਹਾਡੇ 'ਚ ਬਹੁਤ ਸਾਰਿਆਂ ਨੇ ਸੁਣਿਆ ਹੋਣਾ, ਪਹਿਲਾਂ ਇਸ ਤਰ੍ਹਾਂ ਦਾ ਇੱਕ ਅਸੂਲ ਹੋਇਆ ਕਰਦਾ ਸੀ ਕਿ ਸਰਕਾਰਾਂ, ਕਿਸੇ ਵੀ ਮੁਲਕ ਦੀ ਸਰਕਾਰ ਹੋਵੇ, ਜਿੰਨਾ ਉਹਨਾਂ ਕੋਲ ਸੋਨਾ ਹੁੰਦਾ, ਗੋਲਡ ਹੁੰਦਾ, ਇਹ ਪ੍ਰੀਸ਼ੀਅਸ ਮੈਟਲ ਹੈ, ਸੋਨੇ ਦੇ ਭਾਅ ਦੇ ਮੁਤਾਬਕ ਜਿੰਨੀ ਵੈਲਿਊ ਸੀ ਉਹਦੇ ਬਰਾਬਰ ਦੇ ਉਹ ਨੋਟ ਛਾਪ ਲਿਆ ਕਰਦੇ ਸਨ। ਫਿਰ ਜਾ ਕੇ ਗੋਲਡ ਸਟੈਂਡਰਡ ਖਤਮ ਹੋ ਗਿਆ। ਹੁਣ ਕਿਵੇਂ ਛਾਪਦੇ ਨੇ ਕਰੰਸੀ ਜਿਹੜੀ ਆ, ਕਿਉਂਕਿ ਹੁਣ ਸਾਰੀ ਦੁਨੀਆ ਜਿਹੜੀ ਉਹ ਚੱਲ ਰਹੀ ਹੈ, ਉਹ ਡਾਲਰਾਂ 'ਤੇ, ਪਾਊਂਡਾਂ 'ਤੇ, ਰੁਪਈਆਂ 'ਤੇ ਇਹ ਨੋਟ ਜਿਹੜੇ ਛਪਦੇ ਨੇ, ਕੀ ਇਹ ਪ੍ਰਧਾਨ ਮੰਤਰੀ ਦੀ ਮਰਜ਼ੀ ਹੈ ਜਿੰਨੇ ਮਰਜ਼ੀ ਨੋਟ ਛਾਪ ਲਵੇ। ਕਹਿੰਦੇ ਆ ਕਿ ਜਦੋਂ ਕੋਵਿਡ-19 ਦੇ ਇਹ ਸੰਕਟ ਆਇਆ ਸਾਡੇ 'ਤੇ, ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਹਿੰਦੇ ਵੀ ਫੋਨ ਕਰ ਦਿੱਤਾ ਛਾਪੇਖਾਨੇ ਨੂੰ, ਮਿੰਟ ਵਾਲਿਆਂ ਨੂੰ, ਵੀ ਇੰਨੇ ਬਿਲੀਅਨ ਛਾਪ ਦਿਓ, ਅਤੇ ਉਹਨਾਂ ਨੇ ਸਰਬ ਇਹ ਉਹ ਵੰਡ ਦਿੱਤੇ ਪੈਸੇ। ਪਰ ਇਸ ਤਰ੍ਹਾਂ ਨਹੀਂ ਹੈ, ਇਹ ਅਫਵਾਹਾਂ ਸਨ। ਜਿਹੜੇ ਫਾਈਨੈਂਸ਼ੀਅਲ ਐਨਾਲਿਸਟ ਨੇ ਉਹ ਕੀ ਕਹਿੰਦੇ ਨੇ ਕਿ ਹੁਣ ਕਰੰਸੀ ਜੇ ਗੋਲਡ ਦੇ ਬਰਾਬਰ ਨਹੀਂ ਤਾਂ US ਦੇ ਡਾਲਰ ਦੇ ਬਰਾਬਰ ਹੈ। ਪਰ US ਦੇ ਡਾਲਰ ਦੀ ਇੰਨੀ ਧਾਂਕ ਕਿਉਂ ਹੈ? ਕਹਿੰਦੇ ਆ ਕਿ ਚੀਨ ਦਾ ਜਿਹੜਾ ਕਰੰਸੀ ਆ ਉਹ US ਕਰੰਸੀ ਨੂੰ ਮਾਤ ਪਾ ਦੇਵੇਗੀ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਬੜੀਆਂ ਦਿਲਚਸਪ ਨੇ। ਜਿਹੜੇ ਸਾਡੀ ਜੇਬ 'ਚ ਬਟੂਏ 'ਚ ਡਾਲਰ ਨੇ, ਛਾਪਣ ਵੇਲੇ ਫੈਸਲਾ ਕੌਣ ਕਰਦਾ? ਇੰਨੀ ਗਰੀਬੀ ਗੁਰਬਤ, ਇੰਨੀ ਤੰਗੀ ਤੁਰਸ਼ੀ ਲੋਕਾਂ ਦੇ ਵਿੱਚ ਸਟਰਗਲ ਚੱਲ ਰਹੀ ਆ। ਜੇ ਪ੍ਰਧਾਨ ਮੰਤਰੀ ਦੇ ਬਸ ਦੀ ਗੱਲ ਹੋਵੇ, ਟਰੂਡੋ ਵਰਗਾ ਜਿਹੜਾ ਦਿਆਲੂ ਮੁੰਡਾ ਇਹ ਤੇ ਆਰਡਰ ਕਰੇ ਤੇ ਸਾਰਿਆਂ ਨੂੰ 10-10 ਮਿਲੀਅਨ ਡਾਲਰ ਛਾਪ ਦੇਵੇ, ਲੋਕ ਖੁਸ਼ ਹੋ ਜਾਣ। 36-37 ਮਿਲੀਅਨ ਲੋਕ ਨੇ। ਪਰ ਇਸ ਤਰ੍ਹਾਂ ਹੋ ਨਹੀਂ ਸਕਦਾ, ਕਿਉਂਕਿ ਕੁਛ ਇੰਟਰਨੈਸ਼ਨਲ ਮੋਨੀਟਰੀ ਪੋਲਿਸੀਜ਼ ਨੇ ਸ਼ਾਇਦ, ਜਾਂ ਕੀ ਗੱਲਬਾਤ ਹੈ ਇਹਦੇ ਪਿੱਛੇ, ਉਹ ਸਾਰੀ ਸਰਦਾਰ ਸੁਰਿੰਦਰਪਾਲ ਸਿੰਘ ਜੀ ਜਿਹੜੇ ਫਾਈਨੈਂਸ਼ੀਅਲ ਐਨਾਲਿਸਟ ਨੇ, ਮਾਰਕੀਟਸ ਨੂੰ ਸਮਝਦੇ ਨੇ, ਫਾਈਨੈਂਸ਼ੀਅਲ ਮਾਰਕੀਟਸ ਨੂੰ, ਉਹ ਦੱਸਣਗੇ। ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਵੈਰੀ ਮਚ ਥਿੰਡ ਸਾਹਿਬ, ਮੇਰੇ ਵੱਲੋਂ ਵੀ ਆਪ ਜੀ ਨੂੰ ਔਰ ਆਪ ਜੀ ਦੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਆਦਾਬ ਜੀ। ਇਹ ਕਰੰਸੀ ਦੇ ਨੋਟ ਕਿਸ ਤਰੀਕੇ ਨਾਲ ਛਾਪੇ ਜਾਂਦੇ ਨੇ? ਕੌਣ ਫੈਸਲਾ ਕਰਦਾ ਕਿੰਨੇ ਨੋਟ ਛਾਪੀਏ? ਇਹ ਤੁਸੀਂ ਜਿਹੜੀ ਆਪਣੀ ਭੂਮਿਕਾ 'ਚ ਗੱਲ ਦੱਸ ਰਹੀ ਸੀ, ਕਾਫੀ ਹੱਦ ਤੱਕ ਠੀਕ ਹੈ ਸਰ, ਕਿ ਇਹ ਤੁਹਾਨੂੰ ਪਤਾ ਹੀ ਹੈ, ਪਹਿਲਾਂ ਬਾਰਟਰ ਸਿਸਟਮ ਹੁੰਦਾ ਸੀ, ਫਿਰ ਜਿਹੜਾ ਕਰੰਸੀ ਸਿਸਟਮ ਆਇਆ ਔਰ ਕਰੰਸੀ ਨੂੰ ਟਾਈ ਕੀਤਾ ਗਿਆ ਗੋਲਡ ਦੇ ਨਾਲ। ਲੇਕਿਨ ਹੋਇਆ ਕਿ ਜਦੋਂ ਸੈਕੰਡ ਵਰਲਡ ਵਾਰ ਹੋਇਆ ਜੀ, ਉਸ ਤੋਂ ਬਾਅਦ ਅਮਰੀਕਾ ਨੇ ਕਰੀਬ 70% ਵਰਲਡ ਦਾ ਗੋਲਡ ਰਿਜ਼ਰਵ ਖਰੀਦ ਲਿਆ ਸਰ। ਅਮਰੀਕਾ ਨੇ ਆਰਮਸ, ਜਿਹੜੇ ਹੁਣ ਵੀ ਖੈਰ ਆਰਮਸ ਵੇਚਦੇ ਆ, ਆਰਮਸ ਵੇਚਿਆ, ਜੋ ਵੀ ਸਮਾਨ ਦੂਸਰੇ ਕੰਟਰੀਆਂ ਨੂੰ ਵੇਚਿਆ, ਉਹਦੇ ਬਰਾਬਰ ਉਹਨਾਂ ਨੇ ਗੋਲਡ ਲੈ ਲਿਆ। ਔਰ ਵੈਸੇ ਵੀ ਜਦੋਂ ਇੱਕ ਐਕਸਪੈਂਡਿੰਗ ਗੋਲਡ ਦੀ ਫਿਰ ਲਿਮਿਟੇਸ਼ਨਸ ਆ ਗਈ, ਕਿਉਂਕਿ ਦੇਖੋ ਜਦੋਂ ਤੁਸੀਂ ਵੀ ਇੰਨਾ ਗੋਲਡ ਰੱਖ ਕੇ ਉਨੇ ਹੀ ਨੋਟ ਛਾਪਣੇ ਹੈ, ਔਰ ਜਦੋਂ ਤੁਹਾਡੀ ਇਕੋਨਮੀ ਐਕਸਪੈਂਡ ਕਰ ਰਹੀ ਹੈ, ਇੰਨਾ ਗੋਲਡ ਤਾਂ ਆ ਨਹੀਂ ਰਿਹਾ, ਫਿਰ ਨੋਟ ਕਿੱਦਾਂ ਛਾਪੋਗੇ? ਤੇ ਹੋਇਆ ਕਿ ਕੁਛ ਯੂਰੋਪੀਅਨ ਕੰਟਰੀਜ਼ ਨੇ, 44 ਯੂਰੋਪੀਅਨ ਕੰਟਰੀਜ਼ ਨੇ ਇਸ ਸਿਸਟਮ ਨੂੰ ਅਬੰਡਨ ਕਰਤਾ ਜੀ। ਅੱਛਾ, ਪਹਿਲਾਂ ਯੂਰੋਪੀਅਨ ਕੰਟਰੀਜ਼ ਨੇ ਅਬੰਡਨ ਕੀਤਾ, ਫਿਰ ਅਮਰੀਕਾ ਨੇ ਫਾਈਨਲੀ 1971 'ਚ ਰਿਚਰਡ ਨਿਕਸਨ ਨੇ ਜਿਹੜਾ ਹੈ ਇਹਨੂੰ ਅਬੰਡਨ ਕਰਤਾ। ਔਰ ਇਸ ਟਾਈਮ ਮੋਸਟ ਆਫ ਦਾ ਕਰੰਸੀਜ਼ ਆਰ ਟਾਈਡ ਅਪ ਟੂ ਦੀ US ਡਾਲਰ ਜੀ। ਜੇ ਤੁਸੀਂ US ਡਾਲਰ ਤੋਂ ਮੈਂ ਕਹਾਂ ਵੀ ਇਹ ਵਰਲਡ ਦੀ ਇਹ ਰਿਜ਼ਰਵ ਕਰੰਸੀ ਹੈਗੀ ਆ, ਤਾਂ ਕੋਈ ਅਤਕਥਨੀ ਨਹੀਂ ਹੋਏਗੀ ਸਰ, ਕਿਉਂਕਿ ਇਸ ਟਾਈਮ ਜਿੰਨਾ ਵੀ ਕੰਟਰੀਜ਼ ਕੋਲ ਜੇ ਤੁਸੀਂ ਦੇਖੋਗੇ ਸਰਕੂਲੇਸ਼ਨ 'ਚ, ਜੇ ਸਰਕੂਲੇਸ਼ਨ 'ਚ ਦੇਖੋ ਤੇ ਅਮਰੀਕਨ ਡਾਲਰ ਜਿਹੜਾ ਹੈ ਜੀ ਇਸ ਟਾਈਮ 1.8 ਟ੍ਰਿਲੀਅਨ ਡਾਲਰ ਹੈਗਾ। 1.8 ਟ੍ਰਿਲੀਅਨ ਡਾਲਰ 'ਚੋਂ 66% ਜਿਹੜਾ ਹੈ ਇਹ ਅਮਰੀਕਾ ਦੇ ਮੁਲਕ ਤੋਂ ਬਾਹਰ ਹੈਗਾ ਆ। ਔਰ ਮੋਸਟ ਆਫ ਦ ਕੰਟਰੀਜ਼ ਕੋਲ
ਜਿਹੜੀ ਜੇ ਤੁਸੀਂ ਰਿਜ਼ਰਵ ਕਰੰਸੀ ਦੇਖਦੇ ਹੈ, ਚਾਹੇ ਉਹ ਕੈਨੇਡਾ ਹੋਏਗਾ, ਚਾਹੇ ਉਹ ਇੰਡੀਆ ਹੋਵੇ, ਚਾਹੇ ਚਾਈਨਾ ਹੋਏ, 61% ਉਹਨਾਂ ਕੋਲ ਅਮਰੀਕਨ ਡਾਲਰ ਨੇ, 20% ਉਹਨਾਂ ਕੋਲ ਯੂਰੋ ਹੈਗੇ ਨੇ, 5.7% ਉਹਨਾਂ ਕੋਲ ਜੈਪਨੀਜ਼ ਯੈਨ ਹੈਗੇ ਨੇ, 4.6% ਉਹਨਾਂ ਕੋਲ ਪਾਉਂਡ ਹੈਗੇ ਨੇ, ਬਾਕੀ ਸਾਰੀਆਂ ਕੰਟਰੀ ਦੀ ਕਰੰਸੀ ਮਿਲਾ ਕੇ 8.3% ਹੈਗੀ ਹੈ ਜੀ। ਤੇ ਅਮਰੀਕਨ ਡਾਲਰ ਦਾ ਜਿਹੜਾ ਵਰਚਸਵ ਹੈ ਇਹ ਕਰੀਬ ਤੁਸੀਂ ਕਹਿ ਸਕਦੇ 40-50 ਸਾਲ ਤੋਂ ਹੈਗਾ ਜੀ, ਔਰ ਇਹ ਜਾਰੀ ਹੈ। ਦੇਖੋ ਕਿੰਨੀਆਂ ਮੁਸੀਬਤਾਂ ਆਈਆਂ, 2008 ਦਾ ਫਾਈਨੈਂਸ਼ੀਅਲ ਕ੍ਰਾਈਸਿਸ ਕਿੰਨਾ ਵੱਡਾ ਆਇਆ ਸੀਗਾ, ਉਦੋਂ ਅਮਰੀਕਨ ਬੈਂਕਸ ਇੱਦਾਂ ਗਿਰ ਜਿਵੇਂ ਰੇਤ ਤੇ ਪਹਾੜ ਡਿੱਗਦੇ ਆ, ਉਸ ਦੇ ਬਾਵਜੂਦ ਅਮਰੀਕਨ ਡਾਲਰ ਜਿਹੜਾ ਹੈ ਉਹ ਕੋਈ ਇੰਨਾ ਡਾਊਨ ਨਹੀਂ ਗਿਆ। ਫਿਰ ਪੈਂਡੈਮਿਕ ਆਇਆ, ਪੈਂਡੈਮਿਕ 'ਚ ਵੀ ਤੁਸੀਂ ਦੇਖੋ ਬਲਕਿ ਅਮਰੀਕਨ ਡਾਲਰ ਐਪਰੀਸ਼ੀਏਟ ਹੋਇਆ, 4% ਐਪਰੀਸ਼ੀਏਟ ਹੋਇਆ ਅਗੇਂਸਟ ਆਲ ਦ ਮੇਜਰ ਕਰੰਸੀਜ਼, ਬਜਾਏ ਕਿ ਥੱਲੇ ਜਾਣ ਦੇ। ਔਰ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਜਿਹੜੀ ਚਾਈਨਾ ਦੀ ਕਰੰਸੀ ਹੈ ਯੂਆਨ, ਉਹ ਯੂਆਨ ਜਿਹੜਾ ਸਰ ਚਾਈਨਾ ਬਹੁਤ ਕੰਟਰੋਲ ਕਰਦਾ ਆਪਣੀ ਕਰੰਸੀ ਨੂੰ, ਚਾਈਨਾ ਆਪਣੀ ਕਰੰਸੀ ਨੂੰ ਸਪਰੈਸ ਕਰਕੇ ਰੱਖਦਾ ਹੈ। ਅਮਰੀਕਾ ਚਾਹੁੰਦਾ ਆ ਕਿ ਚਾਈਨਾ ਆਪਣੀ ਕਰੰਸੀ ਨੂੰ ਫ੍ਰੀ ਫਲੋਟ ਹੋਣ ਦੇਵੇ, ਲੇਕਿਨ ਚਾਈਨਾ ਇਹ ਕੋਸ਼ਿਸ਼ ਇਹਨਾਂ ਦੀ ਬਾਕੀਆਂ ਦੀ ਕੋਸ਼ਿਸ਼ ਹੋਣ ਨਹੀਂ ਦਿੰਦਾ। ਉਹਦੀ ਵਜ੍ਹਾ ਇਹ ਹੈ ਕਿ ਜੇ ਯੂਆਨ ਜੇ ਸਟਰੋਂਗ ਹੋ ਜਾਏਗਾ ਤੇ ਚਾਈਨਾ ਦੇ ਐਕਸਪੋਰਟ ਆਰਡਰ ਘਟ ਜਾਣਗੇ, ਚਾਈਨਾ ਨੂੰ ਬਾਹਰੋਂ ਆਰਡਰ ਜਿਹੜੇ ਮਿਲਦੇ ਨੇ ਉਹ ਘਟ ਜਾਣਗੇ। ਚਾਈਨੀਜ਼ ਇਕੋਨਮੀ ਜਿਹੜੀ ਬੜੇ ਹੱਦ ਤੱਕ ਜਿਹੜੀ ਹੈ ਐਕਸਪੋਰਟ ਤੇ ਡਿਪੈਂਡ ਕਰਦੀ ਹੈ। ਇਸ ਕਰਕੇ ਚਾਈਨਾ ਜਿਹੜਾ ਹੈ ਆਰਟੀਫਿਸ਼ਲੀ ਜਿਹੜਾ ਹੈ ਆਪਣੀ ਕਰੰਸੀ ਨੂੰ ਉਹ ਸਪਰੈਸ ਕਰਕੇ ਰੱਖਦਾ ਆ। ਜੇ ਤੁਹਾਨੂੰ ਯਾਦ ਹੋਏਗਾ ਜਦੋਂ ਇਹ ਟਰੰਪ ਸਾਹਿਬ ਹੁੰਦੇ ਸੀਗੇ ਤੇ ਜਦੋਂ ਇਹਨਾਂ ਨੇ ਟੈਰਿਫ ਲਗਾਏ ਸੀ ਚਾਈਨੀਜ਼ ਗੁੱਡਸ ਦੇ ਉੱਤੇ ਜਿਹੜੇ ਹਜੇ ਵੀ ਹੈਗੇ ਨੇ, ਉਦੋਂ ਇੱਕ ਸ਼ਰਤ ਇਹ ਵੀ ਸੀਗੀ ਵੀ ਇਹ ਜਿਹੜਾ ਚਾਈਨਾ ਆਪਣੀ ਕਰੰਸੀ ਨੂੰ ਆਹਿਸਤਾ ਫਲੋਟ ਕਰਨ ਦੇ, ਮਾਰਕੀਟ ਫੋਰਸਿਸ ਨੂੰ ਡਿਸਾਈਡ ਹੋਣ ਦੇ ਬਜਾਏ ਕਿ ਚਾਈਨਾ ਖੁਦ ਆਪਣੀ ਕਰੰਸੀ ਨੂੰ ਕੰਟਰੋਲ ਕਰੇ ਸਰ। ਅੱਛਾ, ਹੁਣ ਜਿਹੜੀਆਂ ਜਦੋਂ ਗੋਲਡ ਸਟੈਂਡਰਡ ਖਤਮ ਹੋ ਗਿਆ ਉਸ ਤੋਂ ਬਾਅਦ ਅਮਰੀਕਨ ਡਾਲਰ ਦੇ ਮੁਕਾਬਲੇ 'ਚ ਜਿੰਨੇ ਤੁਹਾਡੇ ਕੋਲ ਅਮਰੀਕਨ ਡਾਲਰ ਜਾਂ ਉਸਦੀ ਵੈਲਿਊ ਆ ਉਸ ਦੇ ਮੁਤਾਬਕ ਪੈਸੇ ਉਹ ਛਾਪਦੇ ਨੇ। ਜੇ ਕੋਈ ਸਰਕਾਰ ਇਹ ਡਿਸਾਈਡ ਕਰ ਲਵੇ ਕਿ ਉਹ ਵੱਧ ਪੈਸੇ ਛਾਪਣਾ ਚਾਹੁੰਦੇ ਨੇ, ਉਹ ਛਾਪ ਸਕਦੇ ਨੇ? ਕੀ ਹੋ ਜਾਏਗਾ? ਛਾਪ ਸਕਦੇ ਨੇ ਸਰ। ਦੇਖੋ ਜਿਹੜੀ ਵੀ ਤੁਹਾਡੀ ਕਰੰਸੀ ਦੀ ਵੈਲਿਊ ਹੈ ਉਹ ਡਿਮਾਂਡ ਸਪਲਾਈ ਕੰਟਰੋਲ ਕਰਦੀ ਹੈ। ਹੁਣ ਜੇ ਤੁਸੀਂ ਕਹਿ ਲਓ ਕੈਨੇਡੀਅਨ ਡਾਲਰ ਜ਼ਿਆਦਾ ਛਾਪ ਲਓਗੇ ਤੇ ਨੈਚੁਰਲੀ ਗੱਲ ਹੈ ਤੁਹਾਡੀ ਸਪਲਾਈ ਜ਼ਿਆਦਾ ਹੋ ਜਾਏਗੀ, ਤੁਹਾਡੀ ਕਰੰਸੀ ਦੀ ਵੈਲਿਊ ਓਨੀ ਘੱਟ ਜਾਣੀ ਹੈ। ਮਾਰਕੀਟ ਫੋਰਸਿਸ ਜਿਹੜੀਆਂ ਨੇ ਉਹ ਡਿਸਾਈਡ ਕਰਦੀਆਂ ਨੇ ਤੁਹਾਡੀ ਕਰੰਸੀ ਦੀ ਕੀ ਵੈਲਿਊ ਹੋਣੀ ਹੈ। ਉਹ 'ਚ ਜਿਹੜੀਆਂ 4-5 ਮੇਨ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਇੰਟਰਸਟ ਰੇਟ ਹੈ, ਜਿਹੜਾ ਆਪਾਂ ਹੁਣ ਇੰਟਰਸਟ ਬਾਰੇ ਗੱਲ ਕਰਦੇ ਆ ਰਹੇ ਹਾਂ ਫॉर ਲਾਸਟ ਫਿਊ ਮੰਥਸ, ਕਿ ਇੰਟਰਸਟ ਰੇਟ ਵਧਾਉਣਾ ਜਿਹੜਾ ਹੈ, ਇੰਟਰਸਟ ਰੇਟ ਜਿਹੜਾ ਹਾਈ ਹੁੰਦਾ ਆ ਇਹ ਤੁਹਾਡੀ ਕਰੰਸੀ ਨੂੰ ਸਟਰੋਂਗਰ ਬਣਾਉਂਦਾ ਆ। ਸੈਕਿੰਡ ਜਿਹੜਾ ਜੇ ਇਨਫਲੇਸ਼ਨ ਜ਼ਿਆਦਾ ਹੋਵੇ ਤੁਹਾਡੀ ਕਰੰਸੀ ਨੂੰ ਵੀਕ ਬਣਾਉਂਦਾ ਆ। ਜੇ ਇਸੇ ਕਰਕੇ ਇਨਫਲੇਸ਼ਨ ਤੇ ਠੱਲ ਪਾਈ ਜਾਣ ਦੀ ਕੋਸ਼ਿਸ਼ ਕਰ ਰਹੇ ਕਿ ਇਨਫਲੇਸ਼ਨ ਹਾਈ ਹੋਏਗੀ ਤੁਹਾਡੀ ਕਰੰਸੀ ਦੀ ਵੈਲਿਊ ਵੀਕ ਹੋ ਜਾਏਗੀ। ਤੀਸਰਾ ਜਿਹੜਾ ਹੈ ਜੀ ਕੈਪੀਟਲ ਫਲੋ, ਜੇ ਤੁਹਾਡੇ ਕੰਟਰੀ 'ਚੋਂ ਮਤਲਬ ਜਾਂ ਤੁਹਾਡੇ ਕੰਟਰੀ 'ਚ ਬਹੁਤ ਸਾਰੀ ਫੋਰਨ ਕੈਪੀਟਲ ਆ ਰਹੀ ਹੈ ਤੇ ਨੈਚੁਰਲੀ ਗੱਲ ਹੈ ਤੁਹਾਡੀ ਕਰੰਸੀ ਬੜੀ ਡਿਮਾਂਡ 'ਚ ਹੈ, ਔਰ ਜੇ ਤੁਹਾਡੀ ਕਰੰਸੀ ਡਿਮਾਂਡ 'ਚ ਉਹਦੀ ਨੈਚੁਰਲੀ ਗੱਲ ਉਹਦੀ ਵੈਲਿਊ ਉੱਤੇ ਚਲੀ ਜਾਣੀ ਆ। ਪਿੱਛੇ ਜੇ ਸੁਰਿੰਦਰਪਾਲ ਸਿੰਘ ਜੀ ਖਬਰਾਂ ਆਈਆਂ ਸੀ ਕਿ ਚੀਨ ਨੇ ਜਿਹੜੀ ਅਮਰੀਕਨ ਡਾਲਰ ਬਹੁਤ ਖਰੀਦ ਲਿਆ। ਚੀਨ ਨੇ ਆਪਣੀ ਕਰੰਸੀ ਦੇ ਨਾਲ ਉਹ ਖਰੀਦ ਚੁੱਕੇ ਨੇ, ਕਰੋੜਾਂ ਟ੍ਰਿਲੀਅਨ ਡਾਲਰ ਉਹ ਖਰੀਦ ਚੁੱਕੇ ਨੇ। ਉਹਦੇ ਨਾਲ ਕੀ ਫਰਕ ਪੈ ਗਿਆ ਆਰਥਿਕਤਾ ਦੇ ਵਿੱਚ, ਜਾਂ ਕਿਉਂ ਕਰ ਰਹੇ ਸਨ ਉਹ? ਕੀ ਵਾਕਿਆ ਹੀ ਇਸ ਦਾ ਡਾਲਰ 'ਤੇ ਕੋਈ ਅਸਰ ਪਵੇਗਾ? ਬਿਲਕੁਲ ਸਰ। ਦੇਖੋ ਅਮਰੀਕਾ ਬੜਾ ਇੰਟੈਲੀਜੈਂਟ ਔਰ ਸਮਾਰਟ ਕੰਟਰੀ ਹੈ। ਇਹਨਾਂ ਦੇ ਜਿਹੜੇ ਸਭ ਤੋਂ ਵੱਡੇ ਦੁਸ਼ਮਣ ਚਾਈਨਾ, ਜਿਹੜਾ ਸੋ ਕਾਲਡ ਇਹਨਾਂ ਦੇ ਮਤਲਬ ਕੋਈ ਸੋ ਕਾਲਡ ਐਨੀਮੀਜ਼ ਮੰਨਦੇ ਨੇ ਅਮਰੀਕਨਸ ਉਹਨੂੰ, ਔਰ ਸਭ ਤੋਂ ਜ਼ਿਆਦਾ ਅਮਰੀਕਨ ਡੈਟ ਜਿਹੜਾ ਹੈ, ਟ੍ਰੈਜ਼ਰੀ ਜਿਹੜੀਆਂ ਨੇ, ਬੌਂਡਸ ਜਿਹੜੇ ਨੇ ਉਹ ਚਾਈਨਾ ਕੋਲ ਨੇ। ਤੇ ਚਾਈਨਾ ਕਦੀ ਵੀ ਨਹੀਂ ਚਾਹੇਗਾ ਕਿ ਅਮਰੀਕਨ ਡਾਲਰ ਵੀਕ ਹੋ ਜਾਏ, ਕਿਉਂਕਿ ਜੇ ਅਮਰੀਕਨ ਡਾਲਰ ਵੀਕ ਹੋ ਗਿਆ ਤਾਂ ਉਹਨਾਂ ਦੀ ਕਰੰਸੀ ਉਹਨਾਂ ਕੋਲ ਜਿਹੜੀ ਐਸਟ ਹੈਗੀ ਆ ਉਹ ਘੱਟ ਜਾਣੀ ਆ। ਤੇ ਇਹ ਵੀ ਬੜੇ ਸਮਾਰਟ ਨੇ। ਇਹਨਾਂ ਨੇ ਪਿਛਲੇ 20-30 ਸਾਲਾਂ 'ਚ ਜਿਹੜਾ ਸਮਾਨ ਤੁਸੀਂ ਦੇਖ ਰਹੇ ਹੈ ਚਾਈਨਾ ਤੋਂ ਬਣਵਾ ਕੇ ਆਉਂਦਾ ਰਿਹਾ, ਤੇ ਬੇਸਿਕਲੀ ਕੀਤਾ ਕੀ ਉਹ ਠੀਕਰੀਆਂ ਤਾਂ ਕੀ ਛਾਪਣੀਆਂ, ਮਤਲਬ ਅਮਰੀਕਨ ਡੈਟ ਜਿਹੜਾ ਹੈ, ਬੌਂਡਸ ਜਿਹੜੇ ਉਹਨਾਂ ਨੂੰ ਦੇ ਦਿੱਤੇ ਆ, ਹਾਂਜੀ ਠੀਕ ਹੈ ਤੁਹਾਡੇ ਕੋਲ ਲਏ ਆ, ਤੁਸੀਂ ਜਦੋਂ ਮਰਜ਼ੀ ਉਹਨਾਂ ਨੂੰ ਕੈਸ਼ ਕਰ ਲੈਣਾ। ਤੇ ਉਹ ਬੇਸਿਕਲੀ ਫਿਜ਼ੀਕਲ ਮਨੀ ਤਾਂ ਹੈ ਨਹੀਂ ਹੈ। ਤੇ ਇਸੇ ਤਰੀਕੇ ਨਾਲ ਜਾਪਾਨ ਹੈ। ਜਾਪਾਨ ਵੀ ਕਿਸੇ ਟਾਈਮ ਤੇ ਦੇਖੋ ਸੈਕੰਡ ਵਰਲਡ ਵਾਰ ਤੋਂ ਬਾਅਦ ਅਮਰੀਕਾ ਦੇ ਦੋ ਵੱਡੇ ਦੁਸ਼ਮਣ ਸੀ, ਇੱਕ ਜਾਪਾਨ ਤੇ ਇੱਕ ਰਸ਼ੀਆ, USSR ਮਿਲੀਟਰਲੀ ਉਹਨੂੰ ਥ੍ਰੈਟ ਸੀਗਾ, ਜੈਪਨੀਜ਼ ਜਿਹੜਾ ਹੈ ਉਹ ਫਾਈਨੈਂਸ਼ਲੀ ਥ੍ਰੈਟ ਸੀਗਾ,
ਉਹ USSR ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸੀ ਇਹਨਾਂ ਨੇ ਕੀ ਹਾਲ ਕੀਤਾ। ਤੇ ਜਾਪਾਨ ਨੂੰ ਜਿਹੜਾ ਹੈ ਉਹਨਾਂ ਨੇ ਇਸ ਤਰੀਕੇ ਨਾਲ ਜੀ ਜੈਪਨੀਜ਼ ਨੂੰ ਵੀ ਆਪਣੀ ਟ੍ਰੈਜਰੀ ਦਿੱਤੀਆਂ ਹੋਈਆਂ ਨੇ, ਤੇ ਜਾਪਾਨ ਵੀ ਚਾਹੇਗਾ ਕਿ ਅਮਰੀਕਨ ਡਾਲਰ ਸਟਰੋਂਗ ਹੋਵੇ, ਤੇ ਤਰੀਕੇ ਨਾਲ ਇਹਨਾਂ ਨੇ ਪੂਰਾ ਕਾਬੂ ਕੀਤਾ ਹੋਇਆ ਜੀ। ਹੁਣ ਜਿਹੜੇ ਲੋਕ ਆਪਣੀ ਸਟੇਬਿਲਿਟੀ ਚਾਹੁੰਦੇ ਨੇ ਜਾਂ ਇਨਵੈਸਟਮੈਂਟਸ ਕਰਨਾ ਚਾਹੁੰਦੇ ਨੇ, ਉਹ ਸੋਨਾ ਖਰੀਦਣ ਕਿ US ਡਾਲਰ ਖਰੀਦਣ? ਦੇਖੋ ਸਰ, ਸੋਨਾ ਇਜ਼ ਨਾਓ ਕਾਲਡ, ਪੀਪਲ ਸੇ ਗੋਲਡ ਹੈਜ਼ ਲੋਸਟ ਹਿਸ ਗਲਿਟਰਸ। ਕਿਸੇ ਟਾਈਮ ਤੇ ਸੋਨਾ ਬਹੁਤ ਵੱਡੀ ਚੀਜ਼ ਹੁੰਦੀ ਸੀ। ਇਸ ਟਾਈਮ ਜਿਹੜਾ ਸੇਫ ਹੈਵਨ ਹੈ ਉਹ ਅਮਰੀਕਨ ਡਾਲਰ ਹੈ, ਕਿਉਂਕਿ ਪਹਿਲਾਂ ਹੁੰਦਾ ਸੀ ਕਾਫੀ ਚਿਰ ਪਹਿਲਾਂ ਕਿ ਗੋਲਡ ਵਾਜ਼ ਅ ਸੇਫ ਹੈਵਨ ਅਗੇਂਸਟ ਐਨੀ ਅਨਸਰਟਨਟੀ, ਅਗੇਂਸਟ ਇਨਫਲੇਸ਼ਨ, ਤਾਂ ਗੋਲਡ ਲਿਆ ਜਾਂਦਾ ਸੀਗਾ। ਹੁਣ ਇਸ ਟਾਈਮ ਅਮਰੀਕਨ ਡਾਲਰ ਜਿਹੜਾ ਹੈ ਇਹ ਸਟਰੋਂਗਰ ਕਰੰਸੀ ਹੈ, ਔਰ ਅਮਰੀਕਨ ਡਾਲਰ ਨੂੰ ਟ੍ਰੇਡ ਕਰਨਾ ਵੀ ਸੌਖਾ ਆ, ਔਰ ਲੋਕ ਅਮਰੀਕਨ ਡਾਲਰ ਹੀ ਰੱਖ ਰਹੇ ਆ ਬਜਾਏ ਕਿ ਗੋਲਡ ਦੇ ਸਰ। ਸੋ ਮੈਂ ਤੁਹਾਡੇ ਨਾਲ ਕੁਝ ਮਿੰਟਾਂ ਲਈ ਗੱਲ ਕਰਨਾ ਚਾਹੁੰਦਾ, ਜਿਹੜੀ ਇੰਗਲੈਂਡ ਦੀ ਕਰੰਸੀ ਆ, ਜਿਹੜੇ ਪਾਊਂਡ ਆ, ਯੂਰੋ ਦੀ ਨਹੀਂ, ਪਾਊਂਡ ਦੀ। ਪਹਿਲਾਂ ਸਟਰਲਿੰਗ ਨੂੰ ਬਹੁਤ ਵੱਡਾ, ਬਹੁਤ ਮਹੱਤਵਪੂਰਨ ਸਮਝਿਆ ਜਾਂਦਾ ਰਿਹਾ, ਈਵਨ ਉਹ ਅਮਰੀਕਨ ਡਾਲਰ ਨੂੰ ਵੀ ਵੱਡਾ ਹੈ। ਸੋ ਉਸ ਨੂੰ ਕਿਉਂ ਨਹੀਂ ਇੰਟਰਨੈਸ਼ਨਲ ਕਰੰਸੀ ਜਾਂ ਮੋਨਿਟਰੀ ਪਾਲਿਸੀ ਉਸ 'ਤੇ ਕਿਉਂ ਨਹੀਂ ਆ ਕੇ ਅਟਕਦੀ, ਅਮਰੀਕਨ ਡਾਲਰ 'ਤੇ ਕਿਉਂ ਅਟਕਦੀ ਹੈ? ਦੇਖੋ ਸਰ, ਜਦੋਂ ਕੋਈ ਕਰੰਸੀ, ਇੱਕ ਤਾਂ ਪਹਿਲੀ ਗੱਲ ਸਰਕੂਲੇਸ਼ਨ ਸਭ ਤੋਂ ਜ਼ਿਆਦਾ ਅਮਰੀਕਨ ਡਾਲਰ ਹੈ। ਨੰਬਰ 2 ਪੋਲੀਟੀਕਲ ਸਟੇਬਿਲਿਟੀ, ਕਿਸੇ ਕੰਟਰੀ ਦੀ ਪੋਲੀਟੀਕਲ ਸਟੇਬਿਲਿਟੀ ਹੋਣੀ ਬਹੁਤ ਜ਼ਰੂਰੀ ਹੈ। ਤੀਸਰੀ ਗੱਲ GDP, ਇੰਗਲੈਂਡ ਦੀ GDP ਅੱਜ ਕੁਛ ਵੀ ਨਹੀਂ ਹੈ ਕੰਪੇਅਰ ਟੂ US GDP। ਚੌਥੀ ਗੱਲ ਸਰ ਜਿਹੜਾ ਹੈਗਾ ਕਿ ਜਿਹੜੀ ਇੱਕ ਕਹਿ ਲਓ ਕਿ ਐਕਸਪੋਰਟ ਕਰਨੀ, ਜਿਹੜਾ ਕਿ ਤੁਸੀਂ ਆਪਣਾ ਮਾਲ ਬਣਾ ਕੇ ਬਾਹਰ ਵੇਚਣਾ, ਇੰਗਲੈਂਡ ਦਾ ਕੌਣ ਸਮਾਨ ਲੈਂਦਾ ਅੱਜ ਕੱਲ੍ਹ ਸਰ? ਅੱਜ ਕੱਲ੍ਹ ਅਮਰੀਕਾ ਕੋਲ ਹੀ ਸਾਰਾ ਜਿਹੜਾ ਹੈ ਉਹ ਵਰਚਸਵ ਹੈਗਾ, ਚਾਹੇ ਉਹ ਡਿਫੈਂਸ ਦੇਖ ਲਓ, ਚਾਹੇ ਕੰਜ਼ਿਊਮਰ ਡਿਊਰੇਬਲਸ ਦੇਖ ਲਓ, ਚਾਹੇ ਫਾਰਮਾਸਿਊਟਿਕਲਸ ਦੇਖ ਲਓ, ਇਨੋਵੇਸ਼ਨ 'ਚ ਦੇਖ ਲਓ, ਰਿਸਰਚ ਦੇਖ ਲਓ, ਡਿਵੈਲਪਮੈਂਟ, ਐਨੀਵੇਅਰ ਯੂ ਸੀ ਇਟ ਇਜ਼ ਆਲ ਅਮਰੀਕਾ, ਕਿ ਇਹ ਪੂਰਾ ਛਾਇਆ ਹੋਇਆ ਜੀ। ਸੋ ਸਾਡੇ ਸੁਣਨ ਵਾਲਿਆਂ ਨੂੰ ਅਖੀਰ ਦੇ ਵਿੱਚ ਕੀ ਨਸੀਹਤ ਕਰਨਾ ਚਾਹੋਗੇ? ਸਰ ਮੈਂ ਇਹੀ ਕਹਾਂਗਾ ਵੀ ਇਹ ਦੇਖੋ, ਕਰੰਸੀ ਇਜ਼ ਬੇਸਿਕਲੀ ਅ ਵੈਰੀ ਬਿਗ ਫੈਕਟਰ। ਜਦੋਂ ਤੁਸੀਂ ਫੋਰਨ ਇਨਵੈਸਟਮੈਂਟ ਕਰਦੇ ਆ, ਆਪਣੇ ਕੰਟਰੀ 'ਚ ਇਨਵੈਸਟਮੈਂਟ ਕਰਦੇ ਆ, ਤਾਂ ਕੋਈ ਇੰਨੀ ਵੱਡੀ ਉਹ ਨਹੀਂ ਹੁੰਦੀ। ਫੋਰਨ ਇਨਵੈਸਟਮੈਂਟ ਯਾਨੀ ਮੰਨ ਲਓ ਜੇ ਤੁਸੀਂ ਹੁਣ ਕਿਤੇ ਇੰਡੀਆ 'ਚ ਹੀ, ਮੈਂ ਐਗਜ਼ਾਮਪਲ ਕਿਉਂਕਿ ਆਪਣੇ ਮੋਸਟਲੀ ਸਰੋਤੇ ਇੰਡੀਆ ਦੇ ਨੇ, ਇੰਡੀਆ ਤੁਸੀਂ ਜੇ ਰੁਪੀ 'ਚ ਇਨਵੈਸਟਮੈਂਟ ਕੀਤੀ, ਤੇ ਰੁਪੀ ਤੁਸੀਂ ਤੁਹਾਡੇ ਸਾਹਮਣੇ ਹੀ ਹੈ, ਮੇਰੇ ਖਿਆਲ 80 ਰੁਪਏ ਅਮਰੀਕਨ ਡਾਲਰ ਦੇ ਬਰਾਬਰ ਹੈਗਾ ਆ, ਤੇ ਰੁਪੀ ਐਵਰੀ ਈਅਰ ਡੈਪਰੀਸ਼ੀਏਟ ਹੁੰਦਾ ਹੈ 6 to 8% ਕੰਪੇਅਰ ਟੂ ਅਮਰੀਕਨ ਡਾਲਰ। ਤੇ ਉਹ ਕਿਉਂ ਹੁੰਦਾ? ਕਿਉਂਕਿ ਉਸੇ ਚਲੇ ਜਾਓ, ਜਿਹੜੀ ਮੈਨੂੰ ਦੱਸਿਆ ਸੀ ਵੀ ਇਨਫਲੇਸ਼ਨ ਜਿੰਨੀ ਹਾਈ ਹੋਏਗੀ ਉਨੀ ਵੈਲਿਊ ਤੁਹਾਡੀ ਡੈਪਰੀਸ਼ੀਏਟ ਹੋਏਗੀ। ਤੇ ਇਸ ਕਰਕੇ ਜੇ ਤੁਸੀਂ ਕਿਸੇ ਫੋਰਨ ਕੰਟਰੀ 'ਤੇ ਇਨਵੈਸਟਮੈਂਟ ਕਰਦੇ ਹੈ, ਸੋ ਆਲਵੇਜ਼ ਟੇਕ ਕੇਅਰ ਕਿ ਉਸ ਕਰੰਸੀ ਦੀ, ਉਸ ਕੰਟਰੀ ਦੀ ਕਰੰਸੀ ਕਿੰਨੀ ਕੁ ਸਟੇਬਲ ਹੈਗੀ ਆ। ਹੁਣ ਜੇ ਤੁਸੀਂ ਇੱਥੇ ਕੈਨੇਡਾ 'ਚ ਵੀ ਰਹਿੰਦੇ ਆ, ਹੁਣ ਕੈਨੇਡੀਅਨ ਐਂਡ US ਡਾਲਰ ਆਲਮੋਸਟ ਮਤਲਬ ਇਹਦੇ ਅੰਦਰ ਇਕੁਇਲਿਬਰੀਅਮ ਬਣਿਆ ਹੁੰਦਾ। ਹੁਣ 77.5 ਸੈਂਟ ਦੇ ਕਰੀਬ ਹੈਗੀ ਆ ਸਾਡੀ ਲੂਨੀ, ਔਰ ਸਾਡੇ ਕੰਟਰੀ ਦੇ ਅੰਦਰ ਵੀ ਪੋਲੀਟੀਕਲ ਸਟੇਬਿਲਿਟੀ ਹੈਗੀ ਆ। ਔਰ ਤੀਸਰੀ ਗੱਲ ਕਿ ਟਰਾਂਸਪੇਰੈਂਸੀ ਆ, ਸਭ ਤੋਂ ਵੱਡੀ ਗੱਲ ਜਿਹੜੀ ਹੈ ਟਰਾਂਸਪੇਰੈਂਸੀ ਬਹੁਤ ਵੱਡਾ ਫੈਕਟਰ ਹੁੰਦਾ ਆ। ਕੁਛ ਕਮਿਊਨਿਸਟ ਕੰਟਰੀਜ਼ ਦੇ ਅੰਦਰ ਕੋਈ ਟਰਾਂਸਪੇਰੈਂਸੀ ਨਹੀਂ ਹੈ ਕਿ ਤੁਹਾਨੂੰ ਪਤਾ ਨਹੀਂ, ਜਿਸ ਤਰ੍ਹਾਂ ਹੁਣ ਚਾਈਨਾ ਦਾ ਐਗਜ਼ਾਮਪਲ ਦਿੱਤਾ, ਚਾਈਨੀਜ਼ ਕਰੰਸੀ ਨੂੰ ਜਦੋਂ ਫਲੋਟ ਹੋਣ ਤੇ ਬਹੁਤ ਸਟਰੋਂਗ ਹੋ ਜਾਏਗੀ। ਲੇਕਿਨ ਜਦੋਂ ਤੁਸੀਂ ਫੋਰਨ ਇਨਵੈਸਟਮੈਂਟ ਕਰਦੇ ਹੈ ਤੇ ਆਲਵੇਜ਼ ਟੇਕ ਕੇਅਰ ਆਫ ਦੀ ਕਰੰਸੀ ਰਿਸਕ, ਔਰ ਕਰੰਸੀ ਰਿਸਕ ਨੂੰ ਹੈਜ ਵੀ ਕੀਤਾ ਜਾ ਸਕਦਾ। ਇਸ ਤਰ੍ਹਾਂ ਦੀ ਅਸੀਂ ਕਈ ਇਨਵੈਸਟਮੈਂਟ ਵੀ ਕਰਾਉਂਦੇ ਹਾਂ, ਅਮਰੀਕਾ ਦੇ ਅੰਦਰ ਵੀ ਤੁਸੀਂ ਕਰ ਸਕਦੇ ਇਨਵੈਸਟਮੈਂਟ, ਕਿ ਕਰੰਸੀ ਰਿਸਕ ਨੂੰ ਤੁਸੀਂ ਹੈਜ ਵੀ ਕਰ ਸਕਦੇ ਆ, ਜਿਸ ਕਿ ਤੁਹਾਡਾ ਜਿਹੜਾ ਪ੍ਰਿੰਸੀਪਲ ਸੇਫ ਰਹਿੰਦਾ ਸਰ। ਸੁਰਿੰਦਰਪਾਲ ਸਿੰਘ ਜੀ, ਬੜੀ ਮਿਹਰਬਾਨੀ ਤੁਹਾਡੀ, ਸ਼ੁਕਰੀਆ। ਥੈਂਕ ਯੂ ਜੀ।